ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਵਿਚਾਰ ਜਿਹੜੀ ਹੈ ਉਹ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰ ਰਿਹਾ ਹੈਗਾ। ਸੰਤ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਜਿਹੜਾ ਹੈ ਨਾ ਜਨਮ ਹੈਗਾ ਉਹ ਪਟਿਆਲਾ ਰਾਜ ਦੇ ਜਿਹੜੇ ਹੈ ਨਾ ਨਗਰਵਾ ਦਿਆਲਗੜ੍ਹ ਬੂੜੀਆ 1906 ਬਿਕਰਮੀ ਤੇ 1849 ਈਸਵੀ ਨੂੰ ਹੋਇਆ ਸੀਗਾ। ਆਪ ਜੀ ਦੇ ਪਿਤਾ ਦਾ ਨਾਮ ਭਾਈ ਕਰਮ ਸਿੰਘ ਜੀ ਅਰੋੜਾ ਤੇ ਮਾਤਾ ਦਾ ਨਾਮ ਸੀ ਗੁਰਦੇਈ। ਇਹ ਮਹਾਂਪੁਰਖਾਂ ਦਾ ਜਿਹੜਾ ਹੈ ਨਾ ਇਹ ਜਨਮ ਦਾ ਪਿਛੋਕੜ ਹੈਗਾ। ਸੋ ਬਚਪਨ ਜਿਹੜਾ ਨਾ ਮਹਾਂਪੁਰਖਾਂ ਦਾ ਹੈਗਾ ਇਹ ਨਾਮ ਭਜਨ ਸਿਮਰਨ ਦੇ ਵਿੱਚ ਬਤੀਤ ਹੋਇਆ ਹੈਗਾ, ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਹਨ ਉਹਨਾਂ ਦਾ ਬਚਪਨ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਸਾਧੂ ਸੁਭਾਅ ਵਾਲਾ ਹੁੰਦਾ ਹੈਗਾ। ਇਸੇ ਤਰ੍ਹਾਂ ਨਾ ਬਾਬਾ ਗੁਰਮੁਖ ਸਿੰਘ ਹੁਣਾਂ ਦਾ ਵੀ ਜਿਹੜਾ ਹੈ ਨਾ ਬਚਪਨ ਸੀਗਾ ਸਾਧੂ ਸੁਭਾਅ ਵਾਲਾ ਸੀਗਾ। ਇਹ ਦੱਸਦੇ ਕਿ ਜਦੋਂ ਬੱਚਿਆਂ 'ਚ ਖੇਡਦੇ ਹੁੰਦੇ ਸੀ ਨਾ ਕਈ ਵਾਰੀ ਜਿਹੜੇ ਹੈ ਨਾ ਛੋਟੇ ਛੋਟੇ ਕੱਪੜਿਆਂ ਦੀ ਨੂੰ ਗੰਢਾ ਮਾਰ ਕੇ ਅਤੇ ਮਾਲਾ ਬਣਾ ਕੇ ਬੱਚਿਆਂ ਦੇ ਹੱਥ 'ਚ ਦਿੰਦੇ ਸੀ ਅਤੇ ਨਾਲ ਵਾਹਿਗੁਰੂ ਵਾਹਿਗੁਰੂ ਆਪ ਵੀ ਜਪਦੇ ਸੀ ਅਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਜਪਾਉਂਦੇ ਹੁੰਦੇ ਸੀਗੇ ਮਹਾਂਪੁਰਖ। ਸੋ ਜਦੋਂ ਇਹ ਨਾ 2-3 ਸਾਲ ਦੇ ਹੋਏ ਆ, ਘਰ ਦੇ ਵਿੱਚ ਬਾਬਾ ਗੁਰਮੁਖ ਸਿੰਘ ਜੀ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਰੀ ਸੀ ਜਿਹਨੂੰ ਬੇਰ ਲੱਗਦੇ ਹੁੰਦੇ ਸੀ, ਅਤੇ ਇਹ ਬੇਰੀ ਦੇ 2-3 ਜਿਹੜੀਆਂ ਸੀਗੇ ਉਹ ਟਾਹਣੇ ਸੀਗੇ ਉਹ ਅੰਦਰ ਸੀਗੇ, ਬਾਕੀ ਬੇਰੀ ਜਿਹੜੀ ਸੀ ਉਹ ਬਾਹਰਲੇ ਪਾਸੇ ਰਸਤੇ 'ਤੇ ਝੁਕੀ ਹੋਈ ਸੀਗੀ। ਪਰ ਇਹ ਜਿਹੜੀ ਬੇਰੀ ਨੂੰ ਬੇਰ ਲੱਗਦੇ ਸੀ ਇਹ ਬੜੇ ਜਾਣੀ ਕਿ ਕਹਿ ਲਓ ਕੌੜੇ ਹੁੰਦੇ ਸੀਗੇ ਅਤੇ ਖੱਟੇ ਮਿੱਠੇ ਹੁੰਦੇ ਸੀਗੇ। ਇੱਕ ਵਾਰ ਜਦੋਂ ਇਹ ਆਪਣੀ ਵਿਹੜੇ ਦੇ ਵਿੱਚ ਖੇਡਦੇ ਸੀ ਮਹਾਂਪੁਰਖ 2-2.5 ਸਾਲ ਦੀ ਉਮਰ ਦੇ ਵਿੱਚ ਇੱਕ ਬੇਰ ਜਿਹੜਾ ਸੀਗਾ ਉੱਤੋਂ ਟੁੱਟ ਕੇ ਥੱਲੇ ਡਿੱਗਿਆ ਸੀਗਾ। ਇਹ ਜਦੋਂ ਚੱਕ ਕੇ ਮੂੰਹ ਦੇ ਵਿੱਚ ਪਾਉਣ ਲੱਗੇ ਅਤੇ ਇਹਨਾਂ ਦੀ ਮਾਤਾ ਜੀ ਨੇ ਫੜ ਲਿਆ, ਕਹਿਣ ਲੱਗੇ ਬੇਟਾ ਬੇਰ ਕੌੜੇ ਆ, ਇਹਨੂੰ ਮੂੰਹ ਦੇ ਵਿੱਚ ਨਹੀਂ ਪਾਈਦਾ। ਪਰ ਮਹਾਂਪੁਰਖਾਂ ਨੇ ਆਪਣੀ ਤੋਤਲੀ ਬੋਲੀ ਵਿੱਚ ਬੋਲਿਆ ਸੀ, ਕਹਿੰਦੇ ਮਾਤਾ ਕੌੜੇ ਨਹੀਂ, ਇਹ ਮਿੱਠੇ ਆ। ਜਦ ਇੰਨੀ ਗੱਲ ਕਹਿਣ ਦੀ ਢੇਰ ਸੀ ਅਤੇ ਜਦੋਂ ਮਾਤਾ ਜੀ ਨੇ ਫੜ ਕੇ ਉਹ ਬੇਰ ਆਪਣੇ ਮੂੰਹ ਦੇ ਨਾਲ ਚੱਕ ਕੀਤਾ ਅਤੇ ਕੀ ਦੇਖਿਆ ਉਹ ਸ਼ਹਿਦ ਵਰਗਾ ਮਿੱਠਾ ਸੀਗਾ। ਅਤੇ ਉਹ ਬੜੇ ਹੈਰਾਨ ਹੋਏ ਵੇ ਇਹ ਬੇਰੀ ਨੂੰ ਤਾਂ ਹਮੇਸ਼ਾ ਕੌੜੇ ਬੇਰ ਹੀ ਲੱਗਦੇ ਜਾਂ ਗਲ ਘੋਟੂ ਲੱਗਦੇ ਆ, ਇਹ ਮਿੱਠਾ ਬੇਰ ਜਿਹੜਾ ਹੈਗਾ ਮੇਰੇ ਬੱਚੇ ਦੇ ਹੱਥ 'ਚ ਕਿਵੇਂ ਆ ਗਿਆ। ਪਰ ਇਹ ਜਾਰੀ ਕਲਾਮਾਤ ਹੋਈ ਆ ਕਿ ਜਿਹੜੇ 2-3 ਟਾਹਣੀਆਂ ਇਹਨਾਂ ਦੇ ਘਰ ਵੱਲੋਂ ਸੀਗੀਆਂ ਉਹ ਟਾਹਣੀਆਂ ਦੇ ਬੇਰ ਜਿਹੜੇ ਕੌੜੇ ਸੀ ਹਨ ਉਹ ਮਿੱਠੇ ਹੋ ਗਏ, ਅਤੇ ਬਾਕੀ ਜਿਹੜੀ ਬੇਰੀ ਦੇ ਬਾਕੀ ਜੋ ਟਾਹਣੀਆਂ ਘਰੋਂ ਬਾਹਰ ਰਸਤੇ ਵੱਲੋਂ ਜਾਂਦੀਆਂ ਸੀਗੀਆਂ ਉਹਦੇ ਬੇਰ ਜਿਹੜੇ ਸੀਗੇ ਸਾਰੇ ਕੌੜੇ ਅਤੇ ਗਲ ਘੋਟੂ ਰਹੇ ਆ। ਅਤੇ ਜਦ ਤੋਂ ਹੈ ਨਾ ਇਹਨਾਂ ਦੇ ਬਚਪਨ ਦਾ ਜਿਹੜਾ ਸੀ ਇਹਨਾਂ ਦੀ ਮਾਤਾ ਜੀ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਹੈ ਨਾ ਕੋਈ ਰੱਬੀ ਜੋਤ ਹੈਗੀ ਆ, ਇਹ ਕੋਈ ਸਧਾਰਨ ਪੁਰਸ਼ ਨਹੀਂ ਹੈਗੇ। ਇੱਕ ਵਾਰ ਕੀ ਹੋਇਆ ਕਿ ਮਹਾਂਪੁਰਖ ਜਿਹੜੇ ਸੀਗੇ ਨਾ ਇਹ ਸੁੱਤੇ ਪਏ ਸੀ ਘਰ ਦੇ ਵਿੱਚ। ਜਦੋਂ ਸੁੱਤੇ ਪਏ ਸੀ ਅਤੇ ਇਹਨਾਂ ਦੀ ਮਾਤਾ ਜੀ ਇਹਨਾਂ ਨੂੰ ਪੱਖਾ ਝੱਲਦੇ ਸੀਗੇ। ਕੁਦਰਤੀ ਇਹਨਾਂ ਦੇ ਘਰ ਤਾਇਆ ਜੀ ਆਏ। ਜਦੋਂ ਖੇਤਾਂ 'ਚੋਂ ਤਾਇਆ ਜੀ ਆਏ ਅਤੇ ਇਹਨਾਂ ਦੀ ਮਾਤਾ ਨੂੰ ਪੱਖਿਆਂ ਝੱਲਦਿਆਂ ਦੇਖ ਕੇ ਉਹ ਕਹਿਣ ਲੱਗੇ ਬਈ ਗੁਰਦੇਈ ਇਹ ਜਿਹੜਾ ਤੇਰਾ ਬੱਚਾ ਹੈਗਾ ਇਹ ਤਾਂ 24 ਘੰਟੇ ਸਮਾਧੀਆਂ ਲਾ ਕੇ ਬਾਹਰ ਬੈਠਾ ਰਹਿੰਦਾ, ਕੋਈ ਕੰਮ ਕਰ ਨਹੀਂ ਕਰਦਾ। ਅਸੀਂ ਖੇਤਾਂ 'ਚੋਂ ਜਿਹੜੀ ਹੱਡ ਭੰਨਵੀਂ ਮਿਹਨਤ ਕਰਦੇ ਹਾਂ, ਸਾਨੂੰ ਤਾਂ ਕੋਈ ਪੱਖਾ ਨਹੀਂ ਝੱਲਦਾ, ਤੁਸੀਂ ਇਹਨੂੰ ਪੱਖਾ ਝੱਲਣ ਦੇ ਇਹਦੀ ਸੇਵਾ ਕਰਨ ਦੇ ਆ। ਜਦੋਂ ਤਾਏ ਨੇ ਨਾ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਬਚਨ ਬੋਲੇ ਆ, ਦੱਸਦੇ ਕਿ ਉਹਨਾਂ ਦੇ ਤਾਏ ਦੇ ਜਿਹੜੇ ਨਾ ਹੱਥ ਸੀਗੇ ਉਹ ਉਸੇ ਟਾਈਮ ਹੀ ਜਾਮ ਹੋ ਗਏ ਸੀ। ਜਦ ਹੱਥ ਜਾਮ ਹੋ ਗਏ ਉਹਨਾਂ ਦੇ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ, ਪਰ ਉਹਨੂੰ ਤਾਇਆ ਜਿਹੜੀ ਸੀ ਸਮਝ ਗਏ ਕਿ ਮੈਂ ਜਿਹੜਾ ਇਹ ਬੱਚਾ ਜਿਹਦੇ ਬਾਰੇ ਇਹ ਬੇਰ ਦੀ ਘਟਨਾ ਜਿਹੜੀ ਸੀ ਘਰ 'ਚ ਹੋਈ ਸੀਗੀ ਅਤੇ ਇਹਦੇ ਬਾਰੇ ਅਪਸ਼ਬਦ ਬਚਨ ਬੋਲ ਦਿੱਤੇ ਆ। ਫਿਰ ਤਾਏ ਨੇ ਹੈ ਨਾ ਇਹਨਾਂ ਨੂੰ ਜਾ ਕੇ ਇਹਨਾਂ ਦੇ ਕੋਲ ਆਪ ਇਹਨਾਂ ਤੋਂ ਮਾफ़ੀ ਮੰਗ ਲਈ। ਜਦ ਮਾफ़ੀ ਮੰਗੀ ਤਾਂ ਮਹਾਂਪੁਰਖ ਜਿਹੜੇ ਸੀ ਉਹ ਕਹਿਣ ਲੱਗੇ ਤਾਇਆ ਜੀ ਇਸ ਤਰ੍ਹਾਂ ਨਹੀਂ ਕਰੀਦਾ ਹੈਗਾ, ਪਰ ਅਗਰ ਜੇ ਤੁਹਾਨੂੰ ਲੱਗਦਾ ਕਿ ਮੇਰੇ ਹੱਥਾਂ ਦੇ ਵਿੱਚ ਜਿਹੜੇ ਹੈਗੇ ਆ ਇਹ ਤਰ੍ਹਾਂ ਦੀ ਬਿਮਾਰੀ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਇੱਦਾਂ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰਕੇ ਹੈ ਨਾ ਦੇਗ ਆਪ ਬਣਾ ਕੇ ਨਾਲ ਆਪ ਵੀ ਸ਼ੁਕਰ ਨਾਲ ਸਾਨੂੰ ਵੀ ਛਕਾ ਦਿਓ। ਇਹਨਾਂ ਦੇ ਤਾਏ ਜੀ ਨੇ ਇਸ ਤਰ੍ਹਾਂ ਹੀ ਕੀਤੀ ਸੀਗੀ, ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੀਗਾ, ਦੇਗ ਬਣਾਈ ਅਤੇ ਦੇਗ ਦਾ ਜਦੋਂ ਉਹਨੇ ਭੋਗ ਲਾਇਆ ਅਤੇ ਆਪ ਵੀ ਛਕੀ, ਘਰਦਿਆਂ ਨੂੰ ਵੀ ਛਕਾਈ, ਤਾਂ ਫਿਰ 9/9 ਹੋ ਗਏ ਸੀਗੇ। ਇਸ ਤੋਂ ਬਾਅਦ ਹੈ ਨਾ ਸੰਤ ਜਿਹੜੇ ਮਹਾਂਪੁਰਖ ਸੀਗੇ ਇਹ ਪਟਿਆਲੇ ਆ ਗਏ। ਜਦ ਇਹ ਪਟਿਆਲੇ ਆਏ ਅਤੇ ਇਹਨਾਂ ਨੇ ਹੈ ਨਾ ਇੱਥੇ ਥੋੜ੍ਹਾ ਟਾਈਮ ਨੌਕਰੀ ਕੀਤੀ। ਇਸ ਨੌਕਰੀ ਦਾ ਹਿਸਾਬ ਕਿਤਾਬ ਨਹੀਂ ਇਹ ਕੀਤਾ ਕਿ 6 ਘੰਟੇ ਜਿਹੜੀ ਸੀ ਨੌਕਰੀ ਕਰਨੀ ਅਤੇ 12 ਘੰਟੇ ਸਿਮਰਨ ਸਾਧਨਾ ਕਰਨੀ। ਇੱਕ ਦਿਨ ਇੱਥੇ ਹੀ ਇਹ ਨੌਕਰੀ ਕਰਦੇ ਸੀ, ਨਾਲ ਇਹਨਾਂ ਦੀ ਧਰਮ ਪਤਨੀ ਅਤੇ ਪਰਿਵਾਰ ਵੀ ਨਾਲ ਸੀਗਾ।
ਇੱਕ ਦਿਨ ਕਿਤੇ ਜਾ ਰਹੇ ਸੀ ਤੇ ਇਹਨਾਂ ਦੀ ਧਰਮ ਪਤਨੀ ਜਿਹੜੀ ਸੀ ਉਹ ਪਿੱਛੇ ਆ ਰਹੇ ਸੀਗੇ। ਰਸਤੇ ਦੇ ਵਿੱਚ ਜਿਹੜਾ ਇਹਨਾਂ ਦਾ ਛੋਟਾ ਬੇਟਾ ਸੀਗਾ ਹਨਾ, ਜਿਹੜਾ ਦੀ ਧਰਮ ਪਤਨੀ ਕੁਛੜ ਚੁੱਕਿਆ ਹੋ ਸੀਗਾ, ਤੇ ਇੱਕ ਛੋਲਿਆਂ ਦਾ ਖੇਤ ਆਇਆ। ਉਹ ਬੱਚਿਆਂ ਦੀ ਜਿਵੇਂ ਆਦਤ ਹੁੰਦੀ ਆ, ਉਹਨੇ ਛੋਲੇ ਦਾ ਬੂਟਾ ਮੰਗ ਲਿਆ ਤੇ ਇਹਨਾਂ ਦੀ ਧਰਮ ਪਤਨੀ ਨੇ ਇੱਕ ਬੂਟਾ ਛੋਟਾ ਜਿਹਾ ਪੱਟ ਕੇ ਨਾ ਬੱਚੇ ਦੇ ਹੱਥ ਫੜਾਤਾ। ਤੇ ਸੰਤ ਮਹਾਂਪੁਰਖ ਜਿਹੜੇ ਹੈ ਜਦੋਂ ਅੱਗੇ ਜਾ ਕੇ ਰੁਕੇ ਆ ਤੇ ਉਹ ਆਪਣੀ ਪਤਨੀ ਦੀ ਵੇਟ ਕਰਨ ਲੱਗੇ ਜਿਹੜੇ ਪਿੱਛੇ ਆਉਂਦੀ ਸੀ। ਜਦ ਇਹਨਾਂ ਦੀ ਘਰਵਾਲੀ ਇਹਨਾਂ ਦੇ ਕੋਲ ਆਈ ਤੇ ਮਹਾਂਪੁਰਖਾਂ ਨੇ ਜਦੋਂ ਦੇਖਿਆ ਕਿ ਉਹ ਬੱਚੇ ਦੇ ਹੱਥ 'ਚ ਛੋਲਿਆਂ ਦਾ ਬੂਟਾ, ਕਹਿਣ ਲੱਗੇ ਇਹ ਕਿੱਥੋਂ ਲਿਆ? ਤੇ ਇਹਨਾਂ ਦੀ ਘਰਵਾਲੀ ਕਹਿਣ ਲੱਗੀ ਕਿ ਜਿੱਦ ਕਰਦਾ ਸੀਗਾ ਤੇ ਰਸਤੇ ਦੇ ਵਿੱਚ ਇੱਕ ਛੋਲਿਆਂ ਦਾ ਬੂਟਾ ਸੀਗਾ, ਸੋ ਮੈਂ ਪੱਟ ਕੇ ਆਪਣੇ ਬੱਚੇ ਦੇ ਹੱਥ 'ਚ ਦੇ ਦਿੱਤਾ। ਬੱਚਾ ਜਿਹੜਾ ਜਿੱਦ ਕਰਦਾ ਸੀ, ਰੋਂਦਾ ਸੀਗਾ, ਤੇ ਇਹ ਹੁਣ ਚੁੱਪ ਕਰ ਗਿਆ। ਮਹਾਂਪੁਰਖ ਜਿਹੜੇ ਸੀ, ਕਿਉਂਕਿ ਜਿਹੜੀ ਸੱਤ ਹੁੰਦਾ ਨਾ ਅੰਦਰ, ਉਹ ਝੂਠ ਨੂੰ ਰਤਾ ਵੀ ਜਿਹੜਾ ਹੈ ਨਾ ਉਹ ਹਜਮ ਨਹੀਂ ਕਰਦੇ। ਤੇ ਮਹਾਂਪੁਰਖ ਕਹਿਣ ਲੱਗੇ ਭਾਈ ਤੂੰ ਤਾਂ ਜਿਹੜੀ ਹੈ ਚੋਰ ਨਹੀਂ ਹੈ ਉਸ ਜ਼ਿਮੀਂਦਾਰ ਦੀ, ਜਿਹਦੇ ਖੇਤ ਦੇ ਵਿੱਚ ਛੋਲੇ ਬੀਜੇ ਸੀਗੇ। ਚੱਲ ਜਾ ਕੇ ਉਹ ਤੋਂ ਪਹਿਲਾਂ ਹੈ ਨਾ ਇਸ ਚੋਰੀ ਦਾ ਮੁੱਲ ਤਾਰ ਕੇ ਆ। ਜਦ ਇੰਨੀ ਗੱਲ ਕਹੀ ਤਾਂ ਉਹਨਾਂ ਦੀ ਪਤਨੀ ਵੀ ਹੱਕੀ ਬੱਕੀ ਹੋਈ ਮਨ 'ਚ ਵੀ ਗੱਲ ਤਾਂ ਠੀਕ ਆ। ਤੇ ਪਰ ਉਹਨੇ ਮਹਾਂਪੁਰਖਾਂ ਨੂੰ ਕਹਿਣ ਲੱਗੇ ਚਲੋ ਇਹ ਇੱਕ ਛੋਟਿਆਂ ਦਾ ਛੋਲਾ ਦਾ ਛੋਟਾ ਜਿਹਾ ਜਾਣੀ ਬੂਟਾ ਹੈਗਾ ਛੋਲਿਆਂ ਦਾ, ਤੇ ਅਗਰ ਤੁਸੀਂ ਕਹੋ ਤੇ ਮੈਂ ਅੱਗੇ ਤੋਂ ਜਿਹੜੀ ਇਹ ਕੰਮ ਨਹੀਂ ਕਰਦੀ। ਪਰ ਮਹਾਂਪੁਰਖ ਕਹਿਣ ਲੱਗੇ ਨਹੀਂ, ਚੱਲ ਪਿੱਛੇ ਚੱਲ। ਮਹਾਂਪੁਰਖ ਆਪ ਆਪਣੀ ਘਰ ਵਾਲੀ ਨੂੰ ਲੈ ਕੇ ਉਸ ਜ਼ਿਮੀਂਦਾਰ ਦੇ ਜਿਹੜੇ ਖੇਤ ਦੇ ਕੋਲ ਚਲ ਗਏ। ਜਦ ਉੱਥੇ ਦੇਖਿਆ ਤਾਂ ਉੱਥੇ ਜ਼ਿਮੀਂਦਾਰ ਹੈ ਨਹੀਂ। ਤਦ ਮਹਾਂਪੁਰਖਾਂ ਨੇ ਬਾਜਾਂ ਮਾਰੀਆਂ ਉੱਚੀ। ਜਦ ਬਾਜਾਂ ਮਾਰੀਆਂ ਤੇ ਇੱਕ ਬਜ਼ੁਰਗ ਜਿਹੜਾ ਸੀਗਾ ਕਿਸਾਨ ਉਹ ਕੋਲ ਆਇਆ। ਮਹਾਂਪੁਰਖ ਕਹਿਣ ਲੱਗੇ ਵੀ ਆਹ ਛੋਲਿਆਂ ਦਾ ਖੇਤ ਤੇਰਾ? ਉਹ ਕਹਿੰਦਾ ਹਾਂਜੀ ਮੇਰਾ। ਮਹਾਂਪੁਰਖ ਕਹਿੰਦੇ ਅਸੀਂ ਤੇਰੇ ਹੈ ਨਾ ਖੇਤ ਦੀ ਚੋਰ ਨਹੀਂ ਫੜ ਲਈ ਆ, ਤੇ ਫੜ ਵੀ ਜਿਹੜੀ ਹੈ ਨਾ ਅਸੀਂ ਸਣੇ ਉਹ ਬੂਟੇ ਦੇ ਨਾਲ ਫੜੀ ਆ। ਜਦ ਉਸ ਜ਼ਿਮੀਂਦਾਰ ਨੇ ਦੇਖਿਆ ਕਿ ਬੱਚੇ ਦੇ ਹੱਥ 'ਚ ਛੋਟਾ ਜਿਹਾ ਛੋਲਿਆਂ ਦਾ ਬੂਟਾ, ਉਹ ਜ਼ਿਮੀਂਦਾਰ ਵੀ ਕਹਿਣ ਲੱਗਾ ਮਹਾਂਪੁਰਖ ਇਹ ਕਿਹੜੀ ਕੋਈ ਚੋਰੀ ਹੈ? ਪਰ ਮਹਾਂਪੁਰਖ ਕਹਿਣ ਲੱਗੇ ਨਹੀਂ ਭਾਈ, ਚੋਰੀ ਲੱਖ ਦੀ ਵੀ, ਚੋਰੀ ਕੱਖ ਦੀ ਵੀ। ਪਰ ਉਸ ਜ਼ਿਮੀਂਦਾਰ ਨੇ ਹੈ ਨਾ ਜਦੋਂ ਮਹਾਂਪੁਰਖਾਂ ਨੂੰ ਆਖਿਆ ਕਿ ਠੀਕ ਆ ਕਿ ਅਸੀਂ ਜਿਹੜੇ ਹੈ ਨਾ ਤੁਹਾਡੇ ਇਸੇ ਜਾਣੀ ਕਿ ਹਿਸਾਬ ਦੇ ਨਾਲ ਦਰਸ਼ਨ ਕਰਨੇ ਸੀਗੇ ਤੇ ਅਸੀਂ ਤੁਹਾਡੇ ਦਰਸ਼ਨ ਕਰਕੇ ਬੜੇ ਖੁਸ਼ ਹੋਏ ਹਾਂ। ਪਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਤੁਸੀਂ ਹੈ ਨਾ ਇਹਦਾ ਛੋਲਿਆਂ ਦਾ ਜਿਹੜਾ ਮੁੱਲ ਹੈ ਨਾ ਇਸ ਬੂਟੇ ਦਾ ਜ਼ਰੂਰ ਲਓ। ਦੇਖੋ ਮਹਾਂਪੁਰਖ ਜਿਹੜੇ ਸੀ ਇੱਕ ਛੋਲਿਆਂ ਦੇ ਬੂਟਾ ਜਿਹੜਾ ਪੱਟਿਆ ਸੀਗਾ ਬੱਚਿਆਂ ਦਾ, ਉਹਨੂੰ ਆਪਣੇ ਕੋਲੋਂ ਉਸ ਜ਼ਿਮੀਂਦਾਰ ਨੂੰ ਉਹਦਾ ਮੁੱਲ ਤਾਰ ਕੇ ਫਿਰ ਘਰ ਆਏ ਸੀਗੇ। ਇਹ ਜਿਹੜੇ ਸੀਗੇ ਮਹਾਂਪੁਰਖਾਂ ਦੀ ਸੱਚੀ ਤੇ ਸੁੱਚੀ ਕਿਰਤ ਦੀ ਜਾਣੀ ਇੱਕ ਉਦਾਹਰਨ ਜਿਹੜੀ ਆ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਪ੍ਰਸਿੱਧ ਹੈਗੀ ਆ। ਦੂਸਰਾ ਕੀ ਆ, ਉਸ ਤੋਂ ਬਾਅਦ ਨਾ ਮਹਾਂਪੁਰਖ ਜਿਹੜੇ ਸੀਗੇ ਇਹਨਾਂ ਨੇ ਇਹ ਜਿਹੜੀ ਸੀ ਸਿਵਲ ਦੀ ਨੌਕਰੀ ਛੱਡ ਦਿੱਤੀ ਤੇ ਫੌਜ ਵਿੱਚ ਭਰਤੀ ਹੋਏ। ਜਦੋਂ ਬਾਬਾ ਗੁਰਮੁਖ ਸਿੰਘ ਜੀ ਫੌਜ 'ਚ ਭਰਤੀ ਹੋਏ ਤੇ ਉਹਨਾਂ ਦੇ ਫੌਜ ਦੇ ਵਿੱਚ ਵੀ ਆਪਣੇ ਜਿਹੜੇ ਸੀਗੇ ਸਿਮਰਨ ਸਾਧਨਾ ਦੇ ਨੇਮ ਤਾਂ ਸੱਚੀ ਕਿਰਤ ਉੱਥੇ ਕੀਤੀ ਆ। ਇੱਕ ਵਾਰੀ ਫੌਜ ਦੀ ਘਟਨਾ ਦੇ ਵਿੱਚ ਉੱਥੇ ਦਾ ਜਿਹੜਾ ਵੱਡਾ ਅਫਸਰ ਸੀਗਾ ਉਹਨੇ ਸਾਰੇ ਜਵਾਨਾਂ ਨੂੰ ਕਹਿ ਦਿੱਤਾ ਕਿ ਸਾਰਿਆਂ ਨੇ ਹੈ ਨਾ ਆਪਣੇ ਜਿਹੜੇ ਹੱਥ ਦੀ ਤਲਵਾਰ ਤੇ ਜਿਹੜੀ ਰਾਈਫਲ ਆ ਇਹਨੂੰ ਸਾਫ਼ ਕਰਕੇ ਰੱਖਣਾ, ਚਮਕਾ ਕੇ ਜਿਹੜਾ ਹੈਗਾ ਰੱਖਣਾ ਹੈਗਾ, ਤੇ ਸਵੇਰੇ ਅਸੀਂ ਸਾਰਿਆਂ ਦੇ ਹਥਿਆਰ ਚੈੱਕ ਕਰਨੇ ਆ। ਜਦ ਇਹ ਗੱਲ ਹੋਈ ਤਾਂ ਨਾਲ ਦੇ ਜਵਾਨਾਂ ਨੇ ਜਿਹੜੇ ਸੀਗੇ ਆਪਣੀਆਂ ਰਾਈਫਲਾਂ ਤਾਂ ਆਪਣੀਆਂ ਜਿਹੜੀਆਂ ਕਿਰਪਾਨਾਂ ਸੀਗੀਆਂ ਚੰਗੀ ਤਰ੍ਹਾਂ ਸਾਫ਼ ਕਰ ਲਈਆਂ। ਪਰ ਕਿਉਂਕਿ ਮਹਾਂਪੁਰਖ ਜਿਹੜੇ ਸੀ ਰਾਤ ਨੂੰ ਬੰਦਗੀ 'ਚ ਬਹਿੰਦੇ ਸੀਗੇ, ਜਦ ਸ਼ਾਮ ਹੋਈ ਤਾਂ ਮਹਾਂਪੁਰਖ ਚੌਂਕੜਾ ਲਾ ਕੇ ਬੈਠ ਕੇ ਐਸੀ ਸਮਾਧੀ ਲੱਗੀ, ਮੁੜ ਕੇ ਦਿਨ ਚੜ੍ਹ ਗਿਆ। ਜਦ ਜਿਹੜਾ ਸੀ ਉਧਰੇ ਡਿਊਟੀ ਦਾ ਟਾਈਮ ਹੋ ਗਿਆ। ਜਦ ਮਹਾਂਪੁਰਖ ਜਿਹੜੇ ਸੀ ਉਹ ਆਪਣੇ ਹਥਿਆਰ ਲੈ ਕੇ ਡਿਊਟੀ 'ਤੇ ਪਹੁੰਚੇ ਤੇ ਜਿਹੜਾ ਗੋਰਾ ਅਫਸਰ ਜਿਹੜਾ ਚੈੱਕ ਕਰਨ ਆਇਆ ਸੀਗਾ ਉਹਨੇ ਕੀ ਨਜ਼ਰ ਮਾਰ ਕੇ ਦੇਖਿਆ ਕਿ ਮਹਾਂਪੁਰਖਾਂ ਦੀ ਜਿਹੜੀ ਤਲਵਾਰ ਸੀਗੀ ਤੇ ਜਿਹੜੀ ਰਫਲ ਸੀ ਉਹ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਸੀ ਉਹ ਚਮਕਦੀ ਉਹਨੂੰ ਦਿਖਾਈ ਦਿੱਤੀ। ਤੇ ਪਰ ਜਦੋਂ ਨਾਲ ਦੇ ਨੇ ਕਿਸੇ ਨੇ ਸ਼ਿਕਾਇਤ ਲਾਤੀ ਕਿ ਭਾਈ ਗੁਰਮੁਖ ਸਿੰਘ ਨੇ ਜਿਹੜੇ ਹੈ ਨਾ ਰਾਤੀ ਆਪਣੀ ਰਫਲ ਤੇ ਕਿਰਪਾਨ ਜਿਹੜੀ ਉਹ ਸਾਫ਼ ਨਹੀਂ ਕੀਤੀ, ਪਰ ਅਫਸਰ ਨੇ ਕਹਿ ਦਿੱਤਾ ਕਿ ਨਹੀਂ ਤੁਸੀਂ ਸਾਰੇ ਝੂਠ ਬੋਲਦੇ ਹੋ, ਇਹਨਾਂ ਦੀ ਜਿਹੜੀ ਹੈ ਰਫਲ ਤੇ ਕਿਰਪਾਨ ਮੈਂ ਆਪ ਹੱਥੀਂ ਚੈੱਕ ਕੀਤੀ ਆ ਤੇ ਉਹ ਸਾਰਿਆਂ ਨੂੰ ਜ਼ਿਆਦਾ ਚਮਕਦਾਰ ਹੈਗੀ ਆ। ਜਦੋਂ ਇਸ ਘਟਨਾ ਦਾ ਵੀ ਜਿਹੜੇ ਸੀ ਮਹਾਂਪੁਰਖਾਂ ਨੂੰ ਜਿਹੜਾ ਪਤਾ ਲੱਗਾ ਫਿਰ ਉਹਨਾਂ ਨੇ ਜਿਹੜੀ ਸੀ ਇਹ ਗੱਲ ਸਮਝ ਦੇ ਵਿੱਚ ਆ ਗਈ। ਉਹਨਾਂ ਨੇ ਫਿਰ ਦੂਸਰੇ ਦਿਨ ਜਾ ਕੇ ਹਨ ਉੱਥੇ ਫੌਜ ਦੇ ਵਿੱਚੋਂ ਆਪਣਾ ਜਿਹੜਾ ਸੀ ਉਹ ਤਿਆਗ ਪੱਤਰ ਦੇਣ ਦਾ ਜਿਹੜਾ ਸੀ ਮਨ ਬਣਾ ਲਿਆ ਕਿ ਜਿਸ ਨੇ ਮੇਰੀ ਇਹ ਜਿਹੜੀ ਹੈ ਰੱਖਿਆ ਕੀਤੀ ਆ ਹੁਣ ਮੈਂ ਉਹਨਾਂ ਦੀ ਸੇਵਾ ਕਰਨੀ ਆ। ਸੋ ਉਸ ਤੋਂ ਬਾਅਦ ਬਾਬਾ ਗੁਰਮੁਖ ਸਿੰਘ ਹੋਣੀ ਜਿਹੜੇ ਨਾ ਫੌਜ ਦੇ ਵਿੱਚੋਂ ਨਾਂ ਕਟਾ ਕੇ ਫਿਰ ਵਾਪਸ ਜਿਹੜੇ ਸੀ ਆ ਗਏ। ਆ ਕੇ ਨਾ ਮਹਾਂਪੁਰਖਾਂ ਨੇ ਇੱਕ ਐਸੀ ਜਗ੍ਹਾ ਜਿਹੜੀ ਉਹ ਚੁਣੀ ਆ ਜਿਹੜੀ ਇਕਾਂਤ ਬਸ ਸੀਗੀ। ਉਸ ਜਗ੍ਹਾ ਦੇ ਵਿੱਚ ਮਹਾਂਪੁਰਖਾਂ ਨੇ ਫਿਰ ਆਪਣਾ ਜਿਹੜਾ ਚੌਂਕੜਾ ਲਾਇਆ ਤੇ 12 ਸਾਲ ਹਨ ਵਾਹਿਗੁਰੂ ਦੀ ਉੱਥੇ ਬੈਠ ਕੇ ਹੀ ਬੰਦਗੀ ਕੀਤੀ ਸੀਗੀ ਮਹਾਂਪੁਰਖਾਂ ਨੇ। ਤੇ 12 ਸਾਲ ਬੰਦਗੀ ਕਰਕੇ ਇੱਕ ਸੰਤ ਹੈ ਨਾ ਬ੍ਰਹਮਾਦ ਦਾਸ ਹੋਏ ਆ, ਉਹਨਾਂ ਦੀ ਸੇਵਾ ਕੀਤੀ ਆ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਨੇ।
ਨਾਲੇ ਉਸ 12 ਸਾਲ ਦੀ ਚੌਂਕੜੀ ਲਾਈ ਆ, ਨਾਲੇ ਇੱਕ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਜਿਹੜੀ ਸੀ ਬ੍ਰਹਮਦਾਸ ਜਿਹੜੇ ਸੀ ਮਹਾਂਪੁਰਖ, ਉਹਨਾਂ ਦੀ ਸੇਵਾ ਕੀਤੀ। ਇੱਕ ਦਿਨ ਬਾਬਾ ਗੁਰਮੁਖ ਸਿੰਘ ਹੋਣਾ ਦੇ ਮਨ 'ਚ ਫੁਰਨਾ ਬਣਿਆ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਦਰਸ਼ਨ ਕਰੀਏ। ਜਦੋਂ ਇਹ ਫੁਰਨਾ ਬਣਿਆ ਇਹ ਫੁਰਨਾ ਬਣਦਾ ਸਾਰੀ ਰਾਤ ਹੀ ਬੰਦਗੀ 'ਚ ਬੈਠੇ ਰਹੇ, ਪਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੋਏ। ਜਦ ਦਰਸ਼ਨ ਨਹੀਂ ਹੋਏ ਤਾਂ ਦਿਨ ਚੜ੍ਹਨ ਨੂੰ ਹੋਇਆ ਤੇ ਇਹਨੀ ਮਹਾਂਪੁਰਖਾਂ ਦੀ ਸੇਵਾ ਵਿੱਚ ਵੀ ਜਾਣਾ ਸੀਗਾ। ਫਿਰ ਮਨ ਦੇ ਵਿੱਚ ਜਿਹੜਾ ਸੀ ਉਹ ਬਚਨ ਧਾਰ ਲੈ ਕੇ ਜੇ ਅੱਜ ਦਰਸ਼ਨ ਨਹੀਂ ਹੋਏ ਤਾਂ ਫਿਰ ਅਸੀਂ ਆਪ ਵੀ ਅੰਨ ਜਲ ਪਾਣੀ ਗ੍ਰਹਿਣ ਨਹੀਂ ਕਰਨਾ ਹੈਗਾ, ਤੇ ਨਾ ਜਿਹੜਾ ਹੈਗਾ ਬਣਾਉਣਾ। ਸਿਰਫ ਜਦ ਤੱਕ ਦਰਸ਼ਨ ਨਹੀਂ ਹੁੰਦੇ ਤਦ ਤੱਕ ਅਸੀਂ ਆਪਣੀ ਇਸ ਜਗ੍ਹਾ ਤੋਂ ਉੱਠਣਾ ਨਹੀਂ ਹੈ। ਜਦ ਇਹ ਜਾਣੀ ਕਿ ਪ੍ਰੇਮ ਰੂਪੀ ਹੱਠ ਜਿਹੜਾ ਕਰਕੇ ਸੰਤ ਬਾਬਾ ਗੁਰਮੁਖ ਸਿੰਘ ਜੀ ਬੈਠ ਕੇ ਫਿਰ ਗੁਰੂ ਨਾਨਕ ਸਾਹਿਬ ਦੇ ਉਸ ਟਾਈਮ ਫਿਰ ਇਹਨਾਂ ਨੂੰ ਪ੍ਰਤੱਖ ਦਰਸ਼ਨ ਹੋਏ ਆ ਬਾਬਾ ਗੁਰਮੁਖ ਸਿੰਘ ਹੋਣਾ ਨੂੰ। ਪਰ ਉਸ ਟਾਈਮ ਜੋ ਗੁਰੂ ਨਾਨਕ ਸਾਹਿਬ ਨੇ ਬਾਬਾ ਗੁਰਮੁਖ ਸਿੰਘ ਦੇ ਨਾਲ ਜੋ ਗੱਲਬਾਤ ਕੀਤੀ ਆ, ਉਹਨਾਂ ਨੂੰ ਮਹਾਂਪੁਰਖਾਂ ਨੇ ਜਿਹੜਾ ਕਿਸੇ ਦੇ ਨਾਲ ਜਿਹੜਾ ਸੀ ਉਹ ਸ਼ੇਅਰ ਨਹੀਂ ਕੀਤਾ, ਜ਼ਾਹਰ ਨਹੀਂ ਕੀਤੀ ਹੈਗੀ ਆ। ਉਸ ਤੋਂ ਬਾਅਦ ਮਹਾਂਪੁਰਖਾਂ ਦੇ ਦਰਸ਼ਨਾਂ ਤੋਂ ਬਾਅਦ ਇਹ ਫੁਰਨਾ ਬਣਿਆ ਕਿ ਅਸੀਂ ਹਜ਼ੂਰ ਸਾਹਿਬ ਜਾਣਾ ਹੈਗਾ। ਜਦੋਂ ਮਹਾਂਪੁਰਖ ਹਜ਼ੂਰ ਸਾਹਿਬ ਗਏ ਤੇ ਇਹਨਾਂ ਦੇ ਨਾਲ ਸੰਤ ਬਾਬਾ ਸਾਧੂ ਸਿੰਘ ਜੀ ਵੀ ਜਿਹੜੇ ਸੀਗੇ ਉਹ ਵੀ ਨਾਲ ਗਏ ਤੇ ਕੁਝ ਸਿੰਘ ਵੀ ਸੀ। ਰਸਤੇ ਦੇ ਵਿੱਚ ਸੰਤ ਸਾਧੂ ਸਿੰਘ ਹੋਣਾ ਦੀ ਜਿਹੜੀ ਸੀ ਤਬੀਅਤ ਕੁਝ ਖਰਾਬ ਹੋਈ। ਤਬੀਅਤ ਖਰਾਬ ਹੋਈ ਤਾਂ ਤੁਰੇ ਜਾਂਦੇ ਨੂੰ ਕੀ ਦੇਖਿਆ ਕਿ ਕਿਸੇ ਨੇ ਖੇਤ ਦੇ ਵਿੱਚ ਪੁਦੀਨਾ ਬੀਜਿਆ ਹੈਗਾ। ਉਸ ਪੁਦੀਨੇ ਦੇ 2 ਪੱਤੇ ਤੋੜ ਕੇ ਤਾਂ ਸੰਤ ਸਾਧੂ ਸਿੰਘ ਹੋਣਾ ਨੇ ਆਪਣੇ ਮੂੰਹ ਦੇ ਵਿੱਚ ਪਾਏ। ਜਦੋਂ ਮੂੰਹ 'ਚ ਪਾਏ ਤਾਂ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਨੇ ਵੀ ਦੇਖ ਲਏ। ਉਹ ਉਸੇ ਟਾਈਮ ਹੀ ਰੋਕ ਕੇ ਕਹਿਣ ਲੱਗੇ, ਭਾਈ ਤੂੰ ਇਹ ਕੀ ਕੀਤਾ? ਬਿਨਾਂ ਕਿਸੇ ਨੂੰ ਪੁੱਛੇ ਗਿੱਛੇ ਤੋਂ ਇਹ ਜਿਹੜੇ ਪੱਤੇ ਤੋੜ ਕੇ ਮੂੰਹ ਵਿੱਚ ਕਿਉਂ ਪਾਏ? ਇਹ ਤੈਂ ਚੋਰੀ ਕਿਉਂ ਕੀਤੀ? ਜਦ ਇੰਨੀ ਗੱਲ ਹੋਈ ਆ ਤਾਂ ਤੁਹਾਨੂੰ ਪਤਾ ਹੈਗਾ ਕਿ ਮਹਾਂਪੁਰਖ ਸੰਤ ਬਾਬਾ ਜਿਹੜੇ ਸੀ ਸਾਧੂ ਸਿੰਘ ਸੀ, ਉਹ ਵੀ ਬੜੇ ਜਾਣੀ ਉੱਚ ਕੋਟੀ ਦੇ ਸਾਧੂ ਸੀਗੇ, ਪਰ ਉਹਨਾਂ ਨੂੰ ਆਪਣੀ ਜਿਹੜੀ ਗਲਤੀ ਦਾ ਅਹਿਸਾਸ ਹੋਇਆ। ਉਹਨਾਂ ਨੇ ਫਿਰ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਤੇ ਇਸ ਗੱਲ ਦੀ ਮਾफ़ੀ ਮੰਗੀ ਤੇ ਮਾफ़ੀ ਮੰਗ ਕੇ ਅੱਗੇ ਤੋਂ ਇਹ ਕੰਮ ਜਿਹੜਾ ਨਹੀਂ ਕਰੂੰਗਾ। ਸੋ ਫਿਰ ਦੋਨੇ ਜਿਹੜੇ ਸੀ ਮਹਾਂਪੁਰਖ ਇਹ ਬਚਨ ਕਰਦੇ ਹੋਏ ਹਜ਼ੂਰ ਸਾਹਿਬ ਪਹੁੰਚੇ। ਜਦ ਮਹਾਂਪੁਰਖ ਹਜ਼ੂਰ ਸਾਹਿਬ ਗਏ ਆ, ਉੱਥੇ ਇਹਨਾਂ ਨੇ ਜਿੰਨੇ ਵੀ ਗੁਰਦੁਆਰੇ ਸਾਹਿਬ ਸੀ ਉਹਨਾਂ ਦੇ ਦਰਸ਼ਨ ਕੀਤੇ ਤੇ ਨਾਲ ਜਿੰਨੀ ਵੀ ਸੇਵਾ ਕੀਤੀ ਆ ਤੇ ਉੱਥੇ ਬੈਠਿਆਂ ਫਿਰ ਬੰਦਗੀ ਕੀਤੀ ਆ। ਬੰਦਗੀ ਵਿੱਚ ਮਹਾਂਪੁਰਖ 12 ਪਾਠ ਰੋਜ਼ ਜਿਹੜੇ ਸੀ ਇਹ ਸੁਖਮਨੀ ਸਾਹਿਬ ਦੀ ਬਾਣੀ ਦੇ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਫਿਰ ਬਾਕੀ ਬਾਣੀਆਂ ਜਿਹੜਾ ਪਾਠ ਕਰਦੇ ਹੁੰਦੇ ਸੀ, ਨਾਮ ਸਿਮਰਨ ਸਾਧਨਾ ਕਰਦੇ ਰਹੇ ਆ। ਇੱਥੇ ਹੀ ਬਾਬਾ ਗੁਰਮੁਖ ਸਿੰਘ ਹੋਣਾ ਦੇ ਮਨ ਦੇ ਵਿੱਚ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦੀ ਜਿਹੜਾ ਸੀ ਉਹ ਫੁਰਨਾ ਬਣ ਗਿਆ ਸੀਗਾ ਹਜ਼ੂਰ ਸਾਹਿਬ। ਸੋ ਇੱਕ ਦਿਨ ਇਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ ਫੁਰਨਾ ਬਣਿਆ ਸੀ, ਇਸ ਤਰ੍ਹਾਂ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦਾ ਫੁਰਨਾ ਬਣਿਆ। ਤੇ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਇੱਕ ਜਗ੍ਹਾ ਜਿਹੜੀ ਸੀ ਉਹ ਕਾਂਤ ਵਿੱਚ ਬੈਠ ਗਿਆ ਸੀ, ਉੱਥੇ ਕਲਗੀਧਰ ਮਹਾਰਾਜ ਨੂੰ ਯਾਦ ਕਰਦੇ ਸੀ। ਉੱਥੇ ਹੀ ਫਿਰ ਦਸ਼ਮੇਸ਼ ਪਿਤਾ ਨੇ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਨੂੰ ਹਜ਼ੂਰ ਸਾਹਿਬ ਵੀ ਦਰਸ਼ਨ ਦਿੱਤੇ ਸੀ। ਫਿਰ ਇਹ ਦਰਸ਼ਨ ਕਰਕੇ ਫਿਰ ਮਹਾਂਪੁਰਖ ਜਿਹੜੇ ਸੀਗੇ ਇਹ ਫਿਰ ਨਿਹਾਲ ਹੋ ਗਏ ਸੀ। ਭਾਵ ਕੀ ਆ, ਬਾਬੇ ਨਾਨਕ ਦੇ ਵੀ ਦਰਸ਼ਨ ਕੀਤੇ ਤੇ ਬਾਬਾ ਨਾਨਕ ਦੇ ਦਰਸ਼ਨਾਂ ਤੋਂ ਬਾਅਦ ਫਿਰ ਕਲਗੀਧਰ ਮਹਾਰਾਜ ਦੇ ਦਰਸ਼ਨ ਮਹਾਂਪੁਰਖਾਂ ਨੇ ਫਿਰ ਹਜ਼ੂਰ ਸਾਹਿਬ ਕੀਤੇ ਆ। ਫਿਰ ਜਦ ਹਜ਼ੂਰ ਸਾਹਿਬ ਫਿਰ ਦਰਸ਼ਨ ਕੀਤੇ ਆ, ਫਿਰ ਮਹਾਂਪੁਰਖਾਂ ਨੂੰ ਜਿਹੜਾ ਉੱਥੋਂ ਫੁਰਨਾ ਹੋਇਆ ਤੇ ਮਹਾਂਪੁਰਖ ਫਿਰ ਦੁਬਾਰਾ ਜਿਹੜੇ ਸੀ ਅੰਮ੍ਰਿਤਸਰ ਆਏ। ਜਦ ਅੰਮ੍ਰਿਤਸਰ ਆਏ ਤੇ ਇੱਥੇ ਫਿਰ ਜਿਹੜਾ ਸੰਤੋਖ ਸਰ ਦੀ ਜਿਹੜੀ ਸੇਵਾ ਸੀ ਮਹਾਂਪੁਰਖਾਂ ਨੇ ਕੀਤੀ, ਕਿਉਂਕਿ ਉਸ ਟਾਈਮ ਜਿਹੜਾ ਸੰਤੋਖ ਸਰ ਸਾਹਿਬ ਦਾ ਜਿਹੜਾ ਸਰੋਵਰ ਸੀ ਉਹਦੇ ਵਿੱਚ ਕਾਫੀ ਜਿਹੜਾ ਸੀਗਾ ਅੱਧੇ ਨਾਲੋਂ ਜ਼ਿਆਦਾ ਕਚਰਾ ਸੀਗਾ। ਜਦ ਕਚਰੇ ਨਾਲ ਭਰਿਆ ਹੋਇਆ ਸੀ, ਜਦੋਂ ਮਹਾਂਪੁਰਖਾਂ ਨੇ ਦੇਖਿਆ ਸੀਗਾ ਤੇ ਇਹਦੀ ਜਿਹੜੀ ਸੇਵਾ ਸੰਭਾਲ ਸੀਗੀ, ਫਿਰ ਮਹਾਂਪੁਰਖਾਂ ਨੇ ਆਪਣੇ ਹੱਥੀਂ ਲਈ ਆ। ਫਿਰ ਉਹ ਜਿਹੜਾ ਸਾਰਾ ਜਿਹੜਾ ਸੀ ਕਚਰਾ ਉਹ ਸਰੋਵਰ ਦੇ ਵਿੱਚੋਂ ਕਢਾਇਆ, ਉਹਦੀਆਂ ਫਿਰ ਨਵੀਆਂ ਜਿਹੜੀਆਂ ਸੀਗੀਆਂ ਉਹ ਜਲ ਦੇ ਵਿੱਚ ਪੌੜੀਆਂ ਇਸ਼ਨਾਨ ਵਾਲੀਆਂ ਬਣਾਈਆਂ। ਉਸ ਤੋਂ ਬਾਅਦ ਫਿਰ ਜਿਹੜਾ ਪਹਿਲਾ ਪਾਣੀ ਆਉਂਦਾ ਸੀਗਾ ਉਹਨੂੰ ਕੱਢ ਕੇ ਫਿਰ ਨਵਾਂ ਜਿਹੜਾ ਪਵਿੱਤਰ ਜਲ ਸੀ ਇਸ ਸੰਤੋਖ ਸਰ ਦੇ ਗੁਰਦੁਆਰੇ ਸਾਹਿਬ ਵਿੱਚ ਸੰਤ ਬਾਬਾ ਗੁਰਮੁਖ ਸਿੰਘ ਪਵਾਇਆ ਸੀਗਾ। ਜਦੋਂ ਇਹ ਸੇਵਾ ਉੱਥੇ ਕਰਦੇ ਸੀ ਉਸ ਸੇਵਾ ਤੋਂ ਬਾਅਦ ਫਿਰ ਸੰਤ ਮਹਾਂਪੁਰਖਾਂ ਦੀ ਜਿਹੜੀ ਸੀ ਉਹ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਉਸ ਟਾਈਮ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ ਫਿਰ ਸੰਤਾਂ ਨੂੰ ਜਾਣੀ ਕਿ ਉਹ ਜਿੰਨਾ ਵੀ ਖਜ਼ਾਨਾ ਸੀਗਾ ਸੇਵਾ ਦਾ ਸਾਰਾ ਇਹਨਾਂ ਦੇ ਸਪੁਰਦ ਕਰ ਦਿੱਤਾ ਸੀਗਾ। ਔਰ ਸਾਰੇ ਖਜ਼ਾਨੇ ਵਿੱਚ ਮਹਾਂਪੁਰਖ ਜਿੰਨਾ ਵੀ ਸਮਾਨ ਲਿਆਉਂਦੇ ਸੀ ਉਹਦੇ ਜਿਹੜੇ ਕਮੇਟੀ ਵਾਲੇ ਸੀ ਕੋਈ ਰਸੀਦ ਨਹੀਂ ਸੀ ਲੈਂਦੇ, ਕੋਈ ਬਿੱਲ ਨਹੀਂ ਸੀ ਲੈਂਦੇ, ਕਿਉਂਕਿ ਮਹਾਂਪੁਰਖਾਂ ਦੇ ਉੱਤੇ ਸਾਰਿਆਂ ਨੂੰ ਐਡਾ ਭਰਾ ਤਵਾਰ ਸੀਗਾ। ਤੇ ਇਹ ਵੀ ਨਾਲ ਜ਼ਿੰਦਗੀ ਦੀ ਵਿੱਚ ਵੱਡੀ ਗੱਲ ਹੈ ਕਿ ਮਹਾਂਪੁਰਖ ਨੇ ਸਾਰੀ ਉਮਰ ਕਾਰ ਸੇਵਾ ਕੀਤੀ, ਪਰ ਇੱਕ ਪੈਸਾ ਵੀ ਜਿਹੜਾ ਸੀ ਕਦੀ ਆਪਣੇ ਵਾਸਤੇ ਨਹੀਂ ਸੀ ਵਰਤਿਆ। ਸਾਰਾ ਜਿਹੜਾ ਪੈਸਾ ਸੀਗਾ ਇੱਕ ਪੈਸਾ ਜਿਹੜਾ ਸੀ ਉਹ ਗੁਰੂ ਘਰ ਦੇ ਵਿੱਚ ਖਰਚ ਕੀਤਾ ਸੀਗਾ।
ਉਸ ਤੋਂ ਬਾਅਦ ਹੈ ਨਾ ਸੰਤ ਬਾਬਾ ਗੁਰਮੁਖ ਸਿੰਘ ਜੀ ਫਿਰ ਤਰਨਤਾਰ ਜਿਹੜੀ ਹੈ ਨਾ ਵੱਡੇ ਗੁਰਦੁਆਰੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੀ ਕਾਰ ਸੇਵਾ ਵਿੱਚ ਆ ਗਏ। ਜਦ ਕਾਰ ਸੇਵਾ 'ਚ ਮਹਾਂਪੁਰਖ ਇੱਥੇ ਪਹੁੰਚੇ ਸੀਗੇ ਤੇ ਉੱਥੇ ਫਿਰ ਹੈ ਨਾ ਇਹਨਾਂ ਨੇ ਤਰਨਤਾਰ ਸਾਹਿਬ ਗੁਰਦੁਆਰੇ ਦੀ ਕਾਰ ਸੇਵਾ ਕੀਤੀ ਆ, ਪਰ ਸਰੋਵਰ ਨੂੰ ਭਰਨ ਵਾਸਤੇ ਜਿਹੜਾ ਹੈ ਨਾ ਉੱਥੇ ਪਾਣੀ ਦੀ ਬੜੀ ਜ਼ਰੂਰਤ ਸੀਗੀ। ਫਿਰ ਇਹਨਾਂ ਨੇ ਹੈ ਨਾ ਦੂਰੋਂ ਪਾਣੀ ਲਿਆਉਣ ਵਾਸਤੇ ਰਸਤੇ ਦੇ ਜਿਹੜੇ ਪਿੰਡ ਸੀਗੇ ਇੱਕ, ਉਹਨਾਂ ਨੂੰ ਪੁੱਛਿਆ ਕਿ ਅਸੀਂ ਹੈ ਨਾ ਇੱਥੋਂ ਦੀ ਖਾਲ ਪੱਟ ਕੇ ਤੇ ਇਹ ਜਿਹੜਾ ਪਵਿੱਤਰ ਪਾਣੀ ਜਿਹੜਾ ਹੈ ਨਾ ਸਰੋਵਰ ਦੇ ਵਿੱਚ ਪਾਉਣਾ ਹੈਗਾ। ਪਰ ਉਸ ਪਿੰਡ ਦੇ ਜਿਹੜਾ ਉਸ ਟਾਈਮ ਸੰਤਾਂ ਦਾ ਵਿਰੋਧ ਕੀਤਾ ਸੀਗਾ, ਪਰ ਸੰਤ ਕਹਿਣ ਲੱਗੇ ਚਲੋ ਠੀਕ ਹੈ ਤੁਹਾਡੀ ਮਰਜ਼ੀ। ਤੇ ਸੰਤਾਂ ਨੇ ਫਿਰ ਆ ਕੇ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਕਿ ਜਿਵੇਂ ਤੁਹਾਨੂੰ ਭਾਉਂਦਾ ਉਸੇ ਤਰ੍ਹਾਂ ਸੇਵਾ ਕਰਾ ਲਓ। ਪਰ ਜਦ ਇੰਨੀ ਗੱਲ ਹੋਈ ਸੀ ਤੇ ਜਿਹਨਾਂ ਪਿੰਡ ਵਾਲਿਆਂ ਨੇ ਹੈ ਨਾ ਇਸ ਦੇ ਖਾਲ ਨੂੰ ਆਪਣੇ ਜ਼ਮੀਨ ਦੇ ਵਿੱਚੋਂ ਲੰਘਣ ਲਈ ਵਿਰੋਧ ਕੀਤਾ ਸੀਗਾ, ਉਹਨਾਂ ਦੇ ਵਿੱਚ ਫਿਰ ਹੈ ਨਾ ਕੁਦਰਤ ਦਾ ਐਸਾ ਜਿਹੜਾ ਸੀ ਉਹ ਕ੍ਰਿਸ਼ਮਾ ਹੋਇਆ ਕਿ ਉਹਨਾਂ ਲੋਕਾਂ ਦੇ ਵਿੱਚ ਲੜਾਈ ਝਗੜੇ ਜਿਹੜੇ ਸੀ ਉਹ ਪੈਦਾ ਹੋ ਗਏ। ਤੇ ਲੜਾਈ ਝਗੜੇ ਦੇ ਕਾਰਨ ਜਿਹੜੀ ਸੀ ਉੱਥੇ ਬਿਮਾਰੀ ਵੀ ਫੈਲ ਗਈ ਤੇ ਕਈ ਮੌਤਾਂ ਵੀ ਹੋ ਗਈਆਂ। ਸੋ ਪਿੰਡ ਵਾਲੇ ਜਿਹੜੇ ਸੀ ਸਾਰੇ ਘਬਰਾ ਕੇ ਨਾ ਮੁੜ ਕੇ ਫਿਰ ਸੰਤ ਬਾਬਾ ਗੁਰਮੁਖ ਸਿੰਘ ਉਹਨਾਂ ਦੇ ਕੋਲ ਪਹੁੰਚੇ ਸੀ। ਉਹਨਾਂ ਨੇ ਫਿਰ ਸਾਰੀ ਗੱਲ ਦੀ ਜਿਹੜੀ ਮਾਫੀ ਮੰਗੀ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਹੈ ਨਾ ਜਿੰਨੀ ਜ਼ਮੀਨ ਚਾਹੀਦੀ ਆ ਤੁਸੀਂ ਉਨੀ ਵਰਤ ਲਓ, ਇੱਕ ਖਾਲ ਦਾ ਪਾਣੀ ਜਿਹੜਾ ਹੈ ਨਾ ਤਰਨਤਾਰਨ ਸਾਹਿਬ ਗੁਰਦੁਆਰੇ ਵਿੱਚ ਪਾਓ। ਫਿਰ ਮਹਾਂਪੁਰਖਾਂ ਨੇ ਇਹ ਵੀ ਸੇਵਾ ਜਿਹੜੀ ਆਪਣੇ ਹੱਥੀਂ ਕਰਾਈ ਆ। ਇਸ ਸੇਵਾ ਨੂੰ ਵੀ ਫਿਰ 5 ਸਾਲ ਲੱਗ ਗਏ ਸੀਗੇ। ਫਿਰ ਦੱਸਦੇ ਕਿ ਉੱਥੇ ਹੈ ਨਾ ਇੱਕ ਬੀਬੀ ਲਾਹੌਰ ਤੋਂ ਸੇਵਾ ਕਰਨ ਆਉਂਦੀ ਸੀ ਜਿਹਦਾ ਨਾਂ ਸੀ ਬੀਰੋ। ਉਹ ਬੀਬੀ ਜਿਹੜੀ ਬੀਰੋ ਸੇਵਾ ਕਰਨ ਆਉਂਦੀ ਸੀ ਤੇ ਉਹਦੇ ਇੱਕ ਹੈ ਨਾ ਬੱਚੀ ਹੁੰਦੀ ਸੀ ਕੁਛੜ ਛੋਟੀ ਜਿਹੀ, ਤੇ ਲੇਕਿਨ ਉਹਦੇ ਅੰਦਰ ਚਾਹਤ ਹੁੰਦੀ ਸੀ ਕਿ ਇਸ ਬੱਚੀ ਤੋਂ ਬਾਅਦ ਹੈ ਨਾ ਘਰ ਦੇ ਵਿੱਚ ਹੈ ਨਾ ਭੁਜੰਗੀ ਦੀ ਦਾਤ ਵਾਹਿਗੁਰੂ ਬਖਸ਼ੇ। ਇੱਕ ਦਿਨ ਉਹ ਅਚਨਚੇਤੀ ਬਾਬਾ ਗੁਰਮੁਖ ਸਿੰਘ ਜੀ ਜਦੋਂ ਹੈ ਨਾ ਕਾਰ ਸੇਵਾ ਕਰਾਉਂਦੇ ਸੀ ਤਰਨਤਾਰਨ ਸਾਹਿਬ, ਇਹਨਾਂ ਦੇ ਹੈ ਨਾ ਚਰਨਾਂ 'ਚ ਆ ਕੇ ਜਿਹੜੀ ਹੈ ਹੱਥ ਜੋੜ ਕੇ ਖੜ ਗਈ ਤੇ ਮਹਾਂਪੁਰਖਾਂ ਨੂੰ ਕਹਿਣ ਲੱਗੀ ਮਹਾਂਪੁਰਖੋ ਕਿਰਪਾ ਕਰੋ ਕਿ ਇੱਕ ਬੱਚੇ ਦੀ ਦਾਤ ਬਖਸ਼ੋ। ਜਦ ਇੰਨੀ ਗੱਲ ਹੋਈ ਤਾਂ ਬਾਬਾ ਗੁਰਮੁਖ ਸਿੰਘ ਹੁਣਾਂ ਨੇ ਉਹਦੇ ਚਿਹਰੇ ਵੱਲ ਤੱਕਿਆ ਤੇ ਕਹਿਣ ਲੱਗੇ ਬੀਬੀ ਅਗਰ ਤੈਨੂੰ ਹੁਣ ਭੁਜੰਗੀ ਚਾਹੀਦਾ ਤਾਂ ਜਿਹੜੀ ਕੁੱਛੜ ਚੱਕੀ ਬੱਚੀ ਹੈ ਇਹਨੂੰ ਚੱਕ ਕੇ ਨਾ ਸਰੋਵਰ 'ਚ ਛੱਡ ਦੇ। ਲੋ ਇੰਨੀ ਕਹਿਣ ਦੀ ਢੇਰ ਸੀ ਕਿਉਂਕਿ ਬੀਬੀ ਜਿਹੜੀ ਸੀ ਮਹਾਂਪੁਰਖਾਂ ਦੇ ਜਾਣੀ ਕਿ ਰਮਜ ਦੇ ਵਿੱਚੋਂ ਜਾਣੀ ਸੀਗੀ, ਇਹਨਾਂ ਦੇ ਉਪਦੇਸ਼ ਬਚਨ ਸੁਣਦੀ ਸੀ। ਉਹਨੇ ਝਟਪਟ ਹੀ ਹੈ ਨਾ ਆਪਣੀ ਜਿਹੜੀ ਬੱਚੀ ਕੁੱਛੜ ਚੁੱਕੀ ਸੀ ਉਹ ਚੱਕ ਕੇ ਹੈ ਨਾ ਸਰੋਵਰ ਦੇ ਵਿੱਚ ਮਾਰੀ। ਜਾਂ ਸਰੋਵਰ ਦੇ ਵਿੱਚ ਮਾਰੀ ਤਾਂ ਜਿੰਨੇ ਵੀ ਉਹ ਸੇਵਾਦਾਰ ਉੱਥੇ ਸੰਗਤਾਂ ਸੇਵਾ ਕਰਦੀਆਂ ਸੀ ਉਹਨਾਂ ਨੇ ਇਹ ਜਿਹੜੀ ਸੀ ਸਾਰੀ ਗੱਲ ਆਪਣੀ ਅੱਖੀਂ ਦੇਖੀ। ਉਹਨਾਂ ਨੇ ਦੌੜ ਕੇ ਜਾ ਕੇ ਸਰੋਵਰ ਦੇ ਵਿੱਚੋਂ ਬੀਬੀ ਦੀ ਬੱਚੀ ਕੱਢ ਦਿੱਤੀ। ਜਦ ਬੀਬੀ ਦੀ ਬੱਚੀ ਕੱਢ ਕੇ ਬਾਹਰ ਲਿਆਂਦੀ ਤਾਂ ਉਹ ਜਿਹੜੀ ਬੱਚੀ ਸੀ ਸੰਤਾਂ ਦੇ ਕੋਲ ਲਿਆਂਦੀ ਤੇ ਉਹ ਬੀਬੀ ਜਿੰਨੇ ਬੱਚੀ ਸਿੱਟੀ ਸੀ ਉਹ ਮਹਾਂਪੁਰਖਾਂ ਨੂੰ ਕਹਿਣ ਲੱਗੀ ਮਹਾਂਪੁਰਖੋ ਹੁਣ ਮੈਨੂੰ ਕੀ ਹੁਕਮ ਹੈ, ਤੁਹਾਡੇ ਹੁਕਮ ਅਨੁਸਾਰ ਮੈਂ ਆਪਣੀ ਬੱਚੀ ਸਰੋਵਰ 'ਚ ਸਿੱਟ ਦਿੱਤੀ। ਤੇ ਮਹਾਂਪੁਰਖ ਜਿਹੜੇ ਕਹਿਣ ਲੱਗੇ ਕਹਿੰਦੇ ਬੀਬੀ ਜਾ, ਅਗਰ ਤੂੰ ਸਾਡਾ ਬਚਨ ਮੰਨਿਆ ਤੇ ਵਾਹਿਗੁਰੂ ਤੇਰਾ ਬਚਨ ਜ਼ਰੂਰ ਮੰਨੇਗਾ। ਇੰਨੀ ਗੱਲ ਕਹਿਣ ਦੀ ਢੇਰ ਸੀ। ਦੇਖੋ ਉਸ ਬੀਬੀ ਦੀ ਜਿਹੜੀ ਸੀ ਘਰ ਦੇ ਵਿੱਚ ਭਾਗ ਲੱਗੇ ਆ ਤੇ ਉਹਨੂੰ ਫਿਰ ਉਸੇ ਸਾਲ ਭੁਜੰਗੀ ਦੀ ਦਾਤ ਪ੍ਰਾਪਤ ਹੋਈ ਸੀ। ਇਸ ਤਰ੍ਹਾਂ ਉਸ ਤੋਂ ਬਾਅਦ ਹੈ ਨਾ ਤਰਨਤਾਰਨ ਦੀ ਸੇਵਾ ਕਰਾ ਕੇ ਮਹਾਂਪੁਰਖ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਆ ਗਏ। ਫਿਰ ਇੱਥੇ ਮਹਾਂਪੁਰਖਾਂ ਨੇ ਜਿਹੜੀ ਸੀ ਸੇਵਾ ਹੈ ਨਾ ਆਰੰਭ ਕਰਨੀ ਸ਼ੁਰੂ ਕੀਤੀ। ਜਦ ਆਰੰਭ ਕਰਨੀ ਸ਼ੁਰੂ ਕੀਤੀ ਤਾਂ ਇੱਥੇ ਇੱਕ ਹਰੀਦਾਸ ਨਾਮ ਦਾ ਜਿਹੜਾ ਸੀਗਾ ਉਹ ਸੇਠ ਸੀਗਾ ਤੇ ਉਹ ਵੀ ਸੰਤਾਂ ਦੇ ਦਰਸ਼ਨ ਕਰਨ ਆਉਂਦਾ ਸੀ ਤੇ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਉਹ ਕੁਛ ਪੈਸੇ ਲਿਆ ਕੇ ਹੈ ਨਾ ਉਹਨੇ ਇੱਕ ਕਮਰੇ ਦੇ ਵਿੱਚ ਜਿਹਨੂੰ ਅਲਮਾਰੀ ਸੀਗੀ ਉਸ ਪੈਸਿਆਂ ਨੂੰ ਉਸ ਅਲਮਾਰੀ 'ਚ ਰੱਖ ਕੇ ਬਾਹਰੋਂ ਜਿੰਦਾ ਲਾਤਾ, ਆਪਾਂ ਸੇਵਾ ਕਰਨ ਲੱਗ ਪਿਆ। ਜਦ ਸ਼ਾਮ ਜਿਹੀ ਹੋਈ ਤੇ ਜਦੋਂ ਸੰਗਤਾਂ ਜਿਹੜੀਆਂ ਸੀ ਸੇਵਾ ਕਰਕੇ ਆਪਣੇ ਟਿਕਾਣੇ 'ਤੇ ਜਾਣ ਲੱਗੀਆਂ ਤੇ ਉਹ ਹਰੀਦਾਸ ਨੇ ਵੀ ਹੈ ਨਾ ਜਦੋਂ ਅਲਮਾਰੀ ਜਿਹੜੀ ਸੀਗੀ ਉਹ ਦੇਖੀ ਖੋਲ੍ਹ ਕੇ, ਜਦ ਕੀ ਦੇਖਿਆ ਤਾਂ ਵਿੱਚੋਂ ਜਿਹੜੀ ਸੀ ਹੈ ਨਾ ਮੋਹਰਾਂ ਦੀ ਥੈਲੀ ਗਾਇਬ ਸੀ। ਜਦ ਮੋਹਰਾਂ ਦੀ ਥੈਲੀ ਗਾਇਬ ਸੀਗੀ ਤਾਂ ਉਹ ਹਰੀਦਾਸ ਬੜਾ ਘਬਰਾ ਗਿਆ ਤੇ ਉਹਨੇ ਸਾਰੀ ਸੰਗਤ ਨੂੰ ਦੱਸ ਦਿੱਤਾ ਕਿ ਮੈਂ ਸਵੇਰੇ ਆਇਆ ਸੀਗਾ, ਇਸ ਅਲਮਾਰੀ ਦੇ ਵਿੱਚ ਮੋਹਰਾਂ ਦੀ ਥੈਲੀ ਰੱਖੀ ਸੀ ਪਰ ਇੱਥੇ ਮੋਹਰਾਂ ਹੈ ਨਹੀਂ ਗੀਆਂ, ਪਤਾ ਨਹੀਂ ਕੌਣ ਚਰਾ ਕੇ ਲੈ ਗਿਆ। ਉਹ ਸੰਗਤ ਜਿਹੜੀ ਸੇਵਾ ਕਰਦੀ ਸੀ ਉਹਨੂੰ ਵੀ ਬੜਾ ਇਸ ਚੀਜ਼ ਦਾ ਖਦਸ਼ਾ ਹੋਇਆ ਵੀ ਇਹ ਤਾਂ ਕੰਮ ਬੜਾ ਮਾੜਾ ਹੋਇਆ ਵੀ ਹਰੀਦਾਸ ਵੀ ਬੜੀ ਨੇਮ ਨਾਲ ਸੇਵਾ ਕਰਦਾ ਸੀਗਾ, ਇਹਦੀਆਂ ਮੋਹਰਾਂ ਕੌਣ ਚੱਕ ਕੇ ਲੈ ਗਿਆ। ਪਰ ਇਹ ਗੱਲ ਜਦੋਂ ਸੰਤ ਬਾਬਾ ਜਿਹੜੇ ਸੀਗੇ ਇਹਨਾਂ ਮਹਾਂਪੁਰਖਾਂ ਦੇ ਤੱਕ ਪਹੁੰਚੀ ਹੈ, ਬਾਬਾ ਗੁਰਮੁਖ ਸਿੰਘ ਹੁਣਾਂ ਤੱਕ, ਤੇ ਬਾਬਾ ਗੁਰਮੁਖ ਸਿੰਘ ਵੀ ਜਿਹੜੀ ਸੀ ਇਹ ਘਟਨਾ ਸੁਣ ਕੇ ਫਿਰ ਉਹਦੇ ਕੋਲ ਆਏ। ਇਹਨਾਂ ਨੇ ਆ ਕੇ ਜਿਹੜੀ ਖੁੱਲ੍ਹੀ ਅਲਮਾਰੀ ਸੀ ਹੈ ਨਾ ਜਿਹਨੂੰ ਉਹ ਸਭ ਹਰੀਦਾਸ ਨੇ ਅਤੇ ਨਾਲ ਦੀ ਸੰਗਤ ਨੇ ਪੂਰੀ ਤਰ੍ਹਾਂ ਫੋਲਿਆ ਸੀਗਾ, ਉਹਨੂੰ ਬੰਦ ਕਰ ਦਿੱਤਾ ਬਾਬਾ ਗੁਰਮੁਖ ਸਿੰਘ ਹੁਣਾਂ ਨੇ ਆ ਕੇ। ਤੇ ਆ ਕੇ ਹਰੀਦਾਸ ਨੂੰ ਪੁੱਛਣ ਲੱਗੇ ਭਾਈ ਕੀ ਗੱਲ ਹੋਈ। ਤੇ ਹਰੀਦਾਸ ਨੇ ਰੋ ਕੇ ਦੱਸਿਆ ਜੀ ਮੇਰੀ ਜਿਹੜੀ ਹੈ ਨਾ ਪੈਸਿਆਂ ਵਾਲੀ ਥੈਲੀ ਸੀ ਮੈਂ ਇਹਦੇ ਵਿੱਚ ਰੱਖੀ ਸਵੇਰੇ,
ਪਰ ਸ਼ਾਮੀ ਜਦੋਂ ਮੈਂ ਸੇਵਾ ਕਰਕੇ ਕੱਢਣ ਲੱਗੀ ਤਾਂ ਉਹ ਵਿੱਚੋਂ ਜਿਹੜੀ ਉਹ ਨਿਕਲੀ ਨਹੀਂ, ਕੋਈ ਲੈ ਗਿਆ ਜਿਹੜਾ ਹੈਗਾ ਕੋਈ ਐਸਾ ਆਦਮੀ ਚੋਰ ਜਿਹੜਾ ਸੀ ਵਿੱਚੋਂ ਕੱਢ ਕੇ ਲੈ ਗਿਆ। ਮਹਾਂਪੁਰਖ ਜਿਹੜੇ ਕਹਿੰਦੇ ਭਾਈ ਥੈਲੀ ਤਾਂ ਵਿੱਚ ਹੀ ਆ, ਤੂੰ ਚੰਗੀ ਤਰ੍ਹਾਂ ਨਹੀਂ ਦੇਖੀ। ਪਰ ਹਰੀ ਸਿੰਘ ਕਹਿੰਦਾ ਨਹੀਂ, ਮੈਂ ਚੰਗੀ ਤਰ੍ਹਾਂ ਦੇਖੀ ਆ, ਮੇਰੇ ਸੇਵਾਦਾਰਾਂ ਨੇ ਚੰਗੀ ਤਰ੍ਹਾਂ ਦੇਖੀ ਜੋ ਤੁਹਾਡੇ ਨਾਲ ਸੇਵਾ ਕਰਦੇ ਆ। ਪਰ ਜਦੋਂ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਇੱਕ ਵਾਰੀ ਦੁਬਾਰਾ ਦੇਖ। ਜਦ ਦੇਖਿਆ ਤਾਂ ਮੋਹਰਾਂ ਦੀ ਥੈਲੀ ਜਿਹੜੀ ਸੀ ਉੱਥੇ ਹੀ ਪਈ ਸੀ। ਜਦ ਪਈ ਸੀ ਜਦ ਉਹਦੇ ਵਿੱਚੋਂ ਪੈਸੇ ਜਿਹੜੇ ਉਹ ਕੱਢ ਕੇ ਦੇਖੇ ਤਾਂ ਉਹ ਪੂਰੇ ਦੇ ਪੂਰੇ ਸੀ। ਪਰ ਇੱਕ ਜਾਰੀ ਕਰਾਮਾਤ ਸੀ ਜੋ ਸੰਗਤ ਦੀ ਸਮਝ ਵਿੱਚ ਆ ਗਈ, ਕਿਉਂਕਿ ਸੰਗਤ ਨੇ ਆਪ ਅਲਮਾਰੀ ਖੋਲ੍ਹ ਲਈ ਸੀ। ਉਸ ਟਾਈਮ ਫਿਰ ਸੰਤ ਬਾਬਾ ਗੁਰਮੁਖ ਸੋਹਣਾ ਦੀ ਜਿਹੜੀ ਮਹਿਮਾ ਸੀ ਉਹ ਬਹੁਤ ਵੱਧ ਗਈ। ਪਰ ਮਹਾਂਪੁਰਖਾਂ ਨੇ ਫਿਰ ਉਸ ਹਰੀ ਜਿਹੜਾ ਦਾਸ ਸੀਗਾ ਉਹਨੂੰ ਇਹ ਗੱਲ ਕਹਿ ਤੀ ਵੀ ਭਾਈ ਗੱਲ ਇੱਕ ਹੈਗੀ ਆ ਵੀ ਪੈਸੇ ਤਾਂ ਤੇਰੇ ਜ਼ਰੂਰ ਚੋਰੀ ਹੋ ਗਏ ਸੀਗੇ, ਪਰ ਤੈਂ ਸਾਨੂੰ ਮਜਬੂਰ ਕਰ ਦਿੱਤਾ ਹੈਗਾ। ਸੋ ਅੱਗੇ ਵਾਸਤੇ ਹੈ ਨਾ, ਜਦੋਂ ਸੇਵਾ ਵਿੱਚ ਕਦੀ ਵੀ ਜਦੋਂ ਆਉਣਾ ਹੈਗਾ ਨਾਲ ਜਿਹੜੇ ਹੈਗੇ ਕੋਈ ਵਾਧੂ ਰਕਮ ਲੈ ਕੇ ਨਹੀਂ ਆਉਣੀ ਹੈਗੀ। ਇਹ ਮਹਾਂਪੁਰਖਾਂ ਨੇ ਜਿਹੜੀ ਸੀ ਉਹਨੂੰ ਬਚਨ ਕਰ ਦਿੱਤਾ ਸੀਗਾ। ਸੋ ਇਸ ਤਰ੍ਹਾਂ ਨਾਲ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਦਾ ਜਿਹੜਾ ਜੀਵਨ ਸੀਗਾ ਉਹ ਨਿਰੋਧ ਸੇਵਾ ਨੂੰ ਸਮਰਪਣ ਸੀਗਾ। ਅਤੇ ਉਹਨਾਂ ਦਾ ਜਿਹੜਾ ਹੈ ਨਾ ਜ਼ਿੰਦਗੀ ਦਾ ਪਰਉਪਕਾਰ ਹੈ ਉਹ ਬਹੁਤ ਜ਼ਿਆਦਾ ਉੱਚਾ ਅਤੇ ਸੁੱਚਾ ਹੈਗਾ। ਉਹਨਾਂ ਦਾ ਜੀਵਨ ਜਿਹੋ ਜਿਹਾ ਹੈ ਨਾ ਉਹੋ ਜਿਹੇ ਉਹਨਾਂ ਦੀ ਕਾਰ ਸੇਵਾ ਦੇ ਕੰਮ ਹੈਗੇ। ਇਸੇ ਕਰਕੇ ਹੈ ਨਾ ਜਿਹੜੇ ਲੱਖਾਂ ਸੰਗਤਾਂ ਸੀਗੀਆਂ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਦੇ ਉੱਤੇ ਭਾਰਾ ਇਤਬਾਰ ਕਰਦੀਆਂ ਸੀਗੀਆਂ। ਅਤੇ ਉਹਨਾਂ ਨੇ ਇਹਨਾਂ ਦੇ ਨਾਲ ਨਾਲ ਹੋਰ ਵੀ ਕਈ ਸਾਰੇ ਜਿਹੜੇ ਗੁਰਧਾਮ ਸੀ ਉਹਨਾਂ ਦੀ ਸੇਵਾ ਕਰਾਈ ਆ। ਸਮੇਂ ਆਏ ਤੇ ਦਾਸ ਜਿਹੜਾ ਉਹਨਾਂ ਦੇ ਬਾਕੀ ਜੋ ਆਪਣੇ ਜੀਵਨ ਦੇ ਕਰਤੱਵ ਹੈ ਸਾਰੀਆਂ ਸੰਗਤਾਂ ਨਾਲ ਸਾਂਝਾ ਕਰੇਗਾ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।